हेलो एवरीवन, सत श्री अकाल ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਕਿਤਾਬ ਖੇਤੀਬਾੜੀ, ਆਪਾਂ ਕਹਿ ਸਕਦੇ ਹਾਂ ਐਗਰੀਕਲਚਰ, ਤੇ ਉਹਦਾ ਤੀਜਾ ਚੈਪਟਰ ਪਾਰਟ 3 ਫਸਲਾਂ ਦੀ ਵੰਡ। ਅੱਜ ਚਰਚਾ ਕਰਾਂਗੇ ਇਹਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ ਬਾਰੇ। ਤਾਂ ਸ਼ੁਰੂ ਕਰਦੇ ਹਾਂ। ਅਭਿਆਸ ਊੜਾ ਭਾਗ, ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ, मूली दे परिवारक समूह दी फैमिली दा नाम दसो। उत्तर सरोजा करूसी फरी फैमिली। दूजा प्रश्न, दो चारे वालियां फसलां दे नाम दसो। उत्तर जवार ते बाजरा। तीजा प्रश्न, दो खंड वालियां फसलां दे नाम दसो। उत्तर कमाद अते चुकंदर। चौथा प्रश्न, साउनी दियां दो फसलां दे नाम लिखो। उत्तर झोना ते मक्की। पंजवां प्रश्न, हाड़ी दियां दो फसलां दे नाम लिखो। कणक ते बरसीन। छेवां प्रश्न, किस परिवारक समूह दियां फसलां दे पौधे हवा विचली नाइट्रोजन नूं जमीन विच जमा करदे हन। उत्तर दाला जां लेग्यूमिनस। इहनूं अंग्रेजी विच लेग्यूमिनस प्लांट्स कहा जाता है। सतवां प्रश्न, किस परिवारक समूह दियां फसलां दे दाणियां विच प्रोटीन दी मात्रा ज्यादा हुंदी है। उत्तर दाल जां लेग्यूमिनसी। अठवां प्रश्न, किहड़ियां फसलां नूं खेत विच ही वाह दिता जांदा है। उत्तर हरी खाद वालियां फसलां जिवें सन ते चैंचा। नौवां प्रश्न, गरम जलवायु ट्रॉपिकल दियां दो फसलां दे नाम दसो। उत्तर कमाद कपा ते झोना। 10वां प्रश्न, मुख फसलां दे विचकार बचदे समੇਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਕੀ ਕਿਹਾ ਜਾਂਦਾ ਹੈ। ਉੱਤਰ ਸੰਕਟ ਕਾਲ ਫਸਲਾਂ ਜਿਵੇਂ ਤੋਰੀਆਂ, ਸੱਠੀ ਮੂੰਗੀ ਤੇ ਸੱਠੀ ਮੱਕੀ ਆਦਿ। ਇਹੜਾ ਭਾਗ ਹੈਗਾ ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ, ਫਸਲ ਕਿਸ ਨੂੰ ਕਹਿੰਦੇ ਹਨ। ਉੱਤਰ ਕਿਸੇ ਖਾਸ ਮੰਤਵ ਲਈ ਉਗਾਇਆ ਜਾਣ ਵਾਲਾ ਪੌਦਿਆਂ ਦਾ ਸਮੂਹ ਜੋ ਕਿ ਆਰਥਿਕ ਜਾਂ ਵਪਾਰਕ ਮਹੱਤਵ ਰੱਖਦਾ ਹੈ, ਉਸ ਨੂੰ ਫਸਲ ਕਿਹਾ ਜਾਂਦਾ ਹੈ। ਦੂਜਾ ਪ੍ਰਸ਼ਨ, ਫਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ। ਉੱਤਰ ਫਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਨਾਲ ਸੰਬੰਧਿਤ ਜਾਣਕਾਰੀ, योजनाबंदी, पैदावार, सुरक्षा ਅਤੇ ਉਹਨਾਂ ਦੀ ਵਰਤੋਂ ਨੂੰ ਸੌਖਾ ਕੀਤਾ ਜਾ ਸਕੇ। ਤੀਜਾ ਪ੍ਰਸ਼ਨ, ਦਾਲ ਜਾਂ ਲੈਗਿਊਮਿਨੋਸੀ ਪਰਿਵਾਰਕ ਸਮੂਹ ਬਾਰੇ ਦੱਸੋ। ਉੱਤਰ ਇਸ ਪਰਿਵਾਰਕ ਸਮੂਹ ਵਿੱਚ ਦਾਲਾਂ ਵਾਲੀਆਂ ਫਸਲਾਂ ਜਿਵੇਂ ਕਿ ਮੂੰਗੀ, ਅਰਹਰ, ਛੋਲੇ, ਮਾਂ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ। ਇਸ ਫੈਮਿਲੀ ਦੀਆਂ ਫਸਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ। ਇਸ ਫੈਮਿਲੀ ਦੀਆਂ ਫਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਇਹਨਾਂ ਨੂੰ ਇਸ ਲਈ ਯੂਰੀਆ ਦੀਆਂ ਛੋਟੀਆਂ ਫੈਕਟਰੀਆਂ ਵੀ ਕਿਹਾ ਜਾਂਦਾ ਹੈ। ਚੌਥਾ ਪ੍ਰਸ਼ਨ, ਅੰਤਰ ਫਸਲਾਂ ਕੀ ਹੁੰਦੀਆਂ ਹਨ। ਉੱਤਰ ਇਹ ਉਹ ਫਸਲਾਂ ਹਨ ਜਿਨ੍ਹਾਂ ਨੂੰ ਕਿਸੇ ਮੁੱਖ ਫਸਲ ਦੀਆਂ ਕਤਾਰਾਂ ਵਿੱਚ ਖਾਲੀ ਬਚਦੀ ਜਗ੍ਹਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ, ਜਿਵੇਂ ਕਪਾਹ ਵਿੱਚ ਮੂੰਗੀ ਨੂੰ। ਪੰਜਵਾਂ ਪ੍ਰਸ਼ਨ, ਟ੍ਰੈਪ ਫਸਲਾਂ ਕੀ ਹੁੰਦੀਆਂ ਹਨ। ਉੱਤਰ ਇਹਨਾਂ ਫਸਲਾਂ ਦਾ ਕੰਮ ਮੁੱਖ ਫਸਲ ਨੂੰ ਕੀੜਿਆਂ ਤੋਂ ਬਚਾਉਣਾ ਹੁੰਦਾ ਹੈ। ਇਹਨਾਂ ਨੂੰ ਮੁੱਖ ਫਸਲ ਵਿੱਚ ਕੀੜਿਆਂ ਨੂੰ ਆਕਰਸ਼ਿਤ ਕਰਨ ਲਈ ਬੀਜਿਆ ਜਾਂਦਾ ਹੈ, ਕਿਉਂਕਿ ਕੀੜੇ ਇਸ ਫਸਲ ਨੂੰ ਮੁੱਖ ਫਸਲ ਤੋਂ ਵੱਧ ਪਸੰਦ ਕਰਦੇ ਹਨ। ਇਹਨਾਂ ਫਸਲਾਂ ਨੂੰ ਮੰਤਵ ਪੂਰਾ ਹੋਣ ਤੇ ਪੁੱਟ ਦਿੱਤਾ ਜਾਂਦਾ ਹੈ, ਜਿਵੇਂ ਕਮਾਦ ਵਿੱਚ ਮੱਕੀ। ਛੇਵਾਂ ਪ੍ਰਸ਼ਨ, ਇੱਕ ਸਾਲੀ ਅਤੇ ਬਹੁ ਸਾਲੀ ਫਸਲਾਂ ਵਿੱਚ ਕੀ ਅੰਤਰ ਹੈ। ਤੇ ਇੱਥੇ ਮੈਂ ਫਰਕ ਲਿਖਿਆ ਹੈ। ਇਸ ਪਾਸੇ ਲਿਖਿਆ ਇੱਕ ਸਾਲੀ ਫਸਲਾਂ ਤੇ ਦੂਜੇ ਪਾਸੇ ਲਿਖਿਆ ਬਹੁਤ ਸਾਲੀ ਫਸਲਾਂ। ਇਹ ਫਸਲਾਂ ਇੱਕ ਸਾਲ ਵਿੱਚ ਆਪਣਾ ਜੀਵਨ ਕਾਲ ਪੂਰਾ ਕਰ ਲੈਂਦੀਆਂ ਹਨ। ਇਹ ਫਸਲਾਂ ਇੱਕ ਵਾਰ ਉਗਣ ਤੋਂ ਬਾਅਦ ਕਈ ਸਾਲਾਂ ਤੱਕ ਚੱਲਦੀਆਂ ਰਹਿੰਦੀਆਂ ਹਨ। ਉਦਾਹਰਨ ਕਣਕ, ਮੱਕੀ। ਇੱਧਰ ਉਦਾਹਰਨ ਹੈਗਾ ਕਮਾਦ, ਨਿੰਬੂ ਤੇ ਅੰਬ ਆਦਿ। ਸੱਤਵਾਂ ਪ੍ਰਸ਼ਨ, ਸੰਕਟ ਕਾਲ ਫਸਲਾਂ ਕੀ ਹੁੰਦੀਆਂ ਹਨ। ਉੱਤਰ
ਇਹ ਫਸਲਾਂ ਦੋ ਮੁੱਖ ਫਸਲਾਂ ਵਿਚਕਾਰ ਬਚਦੇ ਸਮੇਂ ਜਾਂ ਮੁੱਖ ਫਸਲ ਖਰਾਬ ਹੋ ਜਾਣ ਦੀ ਹਾਲਤ ਵਿੱਚ ਬੀਜੀਆਂ ਜਾਂਦੀਆਂ ਹਨ। ਇਹ ਬਹੁਤ ਛੇਤੀ ਵਧਦੀਆਂ ਹਨ, ਜਿਵੇਂ ਸੱਠੀ ਮੂੰਗੀ, ਸੱਠੀ ਮੱਕੀ, ਤੋਰੀਆਂ ਆਦਿ। 8ਵਾਂ ਪ੍ਰਸ਼ਨ, ਧਾਗੇ ਵਾਲੀਆਂ ਫਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ? ਉਦਾਹਰਨ ਸਹਿਤ ਲਿਖੋ। ਉੱਤਰ, ਕਪਾਹ, ਸਣ ਤੇ ਪਟਸਨ ਅਜਿਹੀਆਂ ਫਸਲਾਂ ਹਨ। ਇਹਨਾਂ ਫਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ। ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ। 9ਵਾਂ ਪ੍ਰਸ਼ਨ, ਬੰਨੇ ਤੇ ਬੀਜਣ ਲਈ ਕਿਹੜੀਆਂ ਫਸਲਾਂ ਢੁਕਵੀਆਂ ਹੁੰਦੀਆਂ ਹਨ? ਉੱਤਰ, ਇਹ ਫਸਲਾਂ ਮੁੱਖ ਫਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਅਤੇ ਇਹਨਾਂ ਤੋਂ ਕੁਝ ਵਾਧੂ ਆਮਦਨ ਵੀ ਹੋ ਜਾਂਦੀ ਹੈ। ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ, ਜਿਵੇਂ ਅਰਹਰ, ਜੰਤਰ ਆਦਿ। 10ਵਾਂ ਪ੍ਰਸ਼ਨ, ਗਰਮ ਅਤੇ ਠੰਡੇ ਜਲਵਾਯੂ ਦੀਆਂ ਫਸਲਾਂ ਦੇ ਉਦਾਹਰਨ ਦਿਓ। ਉੱਤਰ, ਗਰਮ ਜਲਵਾਯੂ ਵਾਲੀਆਂ ਫਸਲਾਂ ਕਮਾਦ, ਕਮਾ, ਝੋਨਾ। ਠੰਡੇ ਜਲਵਾਯੂ ਵਾਲੀਆਂ ਫਸਲਾਂ ਕਣਕ ਤੇ ਜੌਂ। ਅੱਗੇ ਈੜੀ ਭਾਗ 5 ਜਾਂ 6 ਵਾਕਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ, ਦਾਲ ਜਾਂ ਲੈਗਿਊਮਿਨੋਸੀ ਪਰਿਵਾਰਕ ਸਮੂਹ ਬਾਰੇ ਵਿਸਥਾਰ ਨਾਲ ਦੱਸੋ। ਉੱਤਰ, ਇਸ ਪਰਿਵਾਰਕ ਸਮੂਹ ਵਿੱਚ ਦਾਲਾਂ ਵਾਲੀਆਂ ਫਸਲਾਂ ਜਿਵੇਂ ਮਾਂ, ਮੂੰਗੀ, ਛੋਲੇ, ਸੋਇਆਬੀਨ, ਅਰਹਰ ਆਦਿ ਆਉਂਦੀਆਂ ਹਨ। ਇਸ ਪਰਿਵਾਰਕ ਸਮੂਹ ਦੀਆਂ ਫਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿੱਚ ਜਮ੍ਹਾਂ ਕਰ ਲੈਂਦੀਆਂ ਹਨ। ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਵੀ ਕਿਹਾ ਜਾਂਦਾ ਹੈ। ਇਹਨਾਂ ਫਸਲਾਂ ਦੇ ਦਾਣਿਆਂ ਵਿੱਚ ਖੁਰਾਕੀ ਤੱਤ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਦੂਜਾ ਪ੍ਰਸ਼ਨ, ਹਰੀ ਖਾਦ ਵਾਲੀਆਂ ਫਸਲਾਂ ਤੇ ਨੋਟ ਲਿਖੋ। ਉੱਤਰ, ਇਹ ਫਲੀਦਾਰ ਪੌਦਿਆਂ ਦੀ ਫਸਲ ਹੁੰਦੀ ਹੈ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਸਹਾਇਕ ਹੈ। ਇਹ ਫਸਲ ਜਦੋਂ ਹਰੀ ਹੁੰਦੀ ਹੈ, ਇਸ ਨੂੰ ਖੇਤ ਵਿੱਚ ਹੀ ਵਾ ਦਿੱਤਾ ਜਾਂਦਾ ਹੈ। ਇਸ ਦੀਆਂ ਉਦਾਹਰਨਾਂ ਹਨ ਸਣ, ਜੰਤਰ ਆਦਿ। ਤੀਜਾ ਪ੍ਰਸ਼ਨ, ਪਸ਼ੂਆਂ ਲਈ ਅਚਾਰ, ਸਾਈਲੇਜ ਵਾਸਤੇ ਕਿਹੜੀਆਂ ਫਸਲਾਂ ਢੁਕਵੀਆਂ ਹੁੰਦੀਆਂ ਹਨ ਅਤੇ ਕਿਉਂ? ਉੱਤਰ, ਇਹ ਫਸਲਾਂ ਹਨ ਮੱਕੀ, ਜਵੀ, ਜਵਾਰ ਆਦਿ। ਇਹ ਫਸਲਾਂ ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਇਸ ਅਚਾਰ ਨੂੰ ਹਰੇ ਚਾਰੇ ਦੀ ਥੁੜ ਵਾਲੇ ਦਿਨਾਂ ਵਿੱਚ ਵਰਤਿਆ ਜਾਂਦਾ ਹੈ। ਇਹਨਾਂ ਫਸਲਾਂ ਵਿੱਚ ਨਮੀ ਘੱਟ ਅਤੇ ਸੁੱਕਾ ਮਾਦਾ ਵਧੇਰੇ ਹੁੰਦਾ ਹੈ। ਚੌਥਾ ਪ੍ਰਸ਼ਨ, ਬਰਾਨੀ ਫਸਲਾਂ ਕੀ ਹੁੰਦੀਆਂ ਹਨ? ਉੱਤਰ, ਇਹਨਾਂ ਫਸਲਾਂ ਦੀ ਸਿੰਚਾਈ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ ਜਾ ਸਕਦੇ। ਇਸ ਲਈ ਇਹ ਫਸਲਾਂ ਸਿਰਫ ਮੀਂਹ ਦੇ ਪਾਣੀ ਦੇ ਸਹਾਰੇ ਹੀ ਉਗਾਈਆਂ ਜਾਂਦੀਆਂ ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ। ਰਾਜਸਥਾਨ ਵਿੱਚ ਹੋਣ ਵਾਲੀਆਂ ਫਸਲਾਂ ਬਰਾਨੀ ਫਸਲਾਂ ਹੁੰਦੀਆਂ ਹਨ। ਪੰਜਵਾਂ ਪ੍ਰਸ਼ਨ, ਰੁੱਤਾਂ ਅਨੁਸਾਰ ਫਸਲਾਂ ਦੀ ਵੰਡ ਬਾਰੇ ਦੱਸੋ। ਉੱਤਰ, ਰੁੱਤਾਂ ਅਨੁਸਾਰ ਵੰਡ। ਸਾਉਣੀ ਦੀਆਂ ਫਸਲਾਂ, ਇਹ ਫਸਲਾਂ ਜੂਨ, ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ਬੀਜੀਆਂ ਜਾਂਦੀਆਂ ਹਨ। ਇਹਨਾਂ ਨੂੰ ਅਕਤੂਬਰ, ਨਵੰਬਰ ਵਿੱਚ ਕੱਟ ਲਿਆ ਜਾਂਦਾ ਹੈ। ਉਦਾਹਰਨ ਝੋਨਾ, ਮੱਕੀ, ਜਵਾਰ, ਬਾਸਮਤੀ, ਕਪਾਹ, ਗੰਨਾ, ਬਾਜਰਾ, ਅਰਹਰ, ਮੂੰਗਫਲੀ ਆਦि। ਹਾੜੀ ਦੀਆਂ ਫਸਲਾਂ, ਇਹ ਫਸਲਾਂ ਅਕਤੂਬਰ, ਨਵੰਬਰ ਵਿੱਚ ਬੀਜੀਆਂ ਜਾਂਦੀਆਂ ਹਨ। ਇਹਨਾਂ ਨੂੰ ਮਾਰਚ, ਅਪ੍ਰੈਲ ਵਿੱਚ ਕੱਟ ਲਿਆ ਜਾਂਦਾ ਹੈ। ਉਦਾਹਰਨ ਕਣਕ, ਜੌਂ, ਜਵੀ, ਬਰਸੀਮ, ਲੂਸਨ, ਛੋਲੇ, ਮਸਰ, ਸਰੋਂ, ਤੋਰੀਆਂ, ਤਾਰਾਮੀਰਾ, ਸੂਰਜਮੁਖੀ ਅਤੇ ਅਲਸੀ ਆਦਿ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਤੁਹਾਡੇ ਕੰਮ ਆਉਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਪਾਂ ਫਿਰ ਮਿਲਾਂਗੇ। Till then, take care. Bye bye.